ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਹ ਇੱਕ ਨਵਾਂ ਚੈਨਲ ਹੈ ਜੀ ਗੋਲ ਮੇਕਰ। ਇਸ ਵਿੱਚ ਅਸੀਂ ਸਾਰਾ ਇੰਗਲਿਸ਼ ਵਾਲਾ ਟੌਪਿਕ ਅਸੀਂ ਪੰਜਾਬੀ 'ਚ ਕਵਰ ਕਰਾਵਾਂਗੇ, ਚਾਹੇ ਉਹ ਹਿਸਟਰੀ ਹੋਵੇ ਜੀ, ਚਾਹੇ ਪੋਲੀਟੀ ਹੋਵੇ ਜੀ, ਚਾਹੇ ਕਰੰਟ ਅਫੇਅਰ ਹੋਣ ਜੀ। ਅਤੇ ਇਹ ਸਾਰੇ ਹੀ ਟੌਪਿਕ ਆਉਣ ਵਾਲੀ ਗਵਰਨਮੈਂਟ ਜੋਬਸ ਲਈ ਮਸਟ ਨੇ। ਅਤੇ ਜੇ ਤੁਸੀਂ ਇਹਨਾਂ ਟੌਪਿਕਾਂ ਨੂੰ ਕਵਰ ਕਰਦੇ ਹੋ ਤਾਂ ਹੋਪਫੁਲੀ ਹੈ ਜੀ ਤੁਹਾਡਾ ਐਗਜ਼ਾਮ ਜ਼ਰੂਰ ਕਲੀਅਰ ਹੋਵੇਗਾ ਜੀ। ਅਤੇ ਅੱਜ ਦਾ ਸਾਡਾ ਟੌਪਿਕ ਹੈ ਜੀ ਏਸ਼ੀਅਨ ਹਿਸਟਰੀ ਦਾ ਜੀ, ਹੜੱਪਨ ਸਿਵਲਾਈਜੇਸ਼ਨ। ਏਸ਼ੀਅਨ ਹਿਸਟਰੀ ਦਾ ਜੀ ਪਹਿਲਾ ਲੈਕਚਰ ਹੈ ਜੀ ਇਹ। ਅਤੇ ਇਸ ਲੈਕਚਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਕੁਝ ਕੁ ਚੀਜ਼ਾਂ ਦਾ ਪਤਾ ਹੋਣਾ ਬਹੁਤ ਹੀ ਜ਼ਰੂਰੀ ਹੈ, ਜਿਵੇਂ BC AD CE ਕੀ ਹੁੰਦਾ ਹੈ। BC ਤੁਸੀਂ ਦੇਖਿਆ ਹੋਣਾ ਕਿਤੇ ਲਿਖਿਆ ਹੁੰਦਾ 1000 BC, ਕਿਤੇ ਲਿਖਿਆ ਹੁੰਦਾ ਹੈ 100 AD। ਇਹਦਾ ਮਤਲਬ ਇਹ ਹੈ ਜੀ, ਇੱਥੇ ਜਿਹੜਾ ਆਪਾਂ ਮਿਡ ਪੁਆਇੰਟ ਮੰਨਦੇ ਹਾਂ ਉਹ ਹੁੰਦਾ ਜ਼ੀਰੋ ਮਤਲਬ ਜੀਜਸ ਕ੍ਰਿਸਟ ਦਾ ਬਰਥ, ਬਿਫੋਰ ਕ੍ਰਿਸਟ ਕਹਿੰਦੇ ਹਾਂ ਜਿਹਨੂੰ। ਜਿਹੜਾ ਬਿਫੋਰ ਕ੍ਰਿਸਟ ਹੈ ਉਹ BC ਹੈ ਜੀ। ਜਿਹੜਾ ਉਹਨਾਂ ਦੇ ਜਨਮ ਤੋਂ ਬਾਅਦ ਹੋਇਆ ਹੈ, ਬਾਅਦ ਵਾਲਾ ਸਮਾਂ ਹੈ, ਉਹਨੂੰ ਕਹਿ ਦਿੰਦੇ ਆ AD, ਐਨੋ ਡੋਮਿਨੀ। ਅਤੇ ਇੱਦਾਂ ਹੀ ਆਪਣੀ ਜਿਹੜੀ ਆਪਾਂ ਏਸ਼ੀਅਨ ਹਿਸਟਰੀ ਕਵਰ ਕਰਾਂਗੇ ਉਸ ਵਿੱਚ ਸਾਰਾ ਹੀ ਸਮਾਂ ਕਾਲ ਉਹ ਪਿੱਛੇ ਨੂੰ ਚੱਲਦਾ ਹੈ ਜੀ। ਮਤਲਬ 0 ਤੋਂ ਸਟਾਰਟ ਹੁੰਦਾ ਹੈ ਅਤੇ 0 ਤੋਂ ਵੱਧਦਾ ਹੀ ਜਾਂਦਾ ਹੈ। ਅਤੇ ਜੇ ਆਪਾਂ ਅੱਗੇ ਦੀ ਗੱਲ ਕਰੀਏ ਜੀਸਸ ਕ੍ਰਿਸਟ ਦੀ, ਉਹਨਾਂ ਤੋਂ ਜਨਮ ਤੋਂ ਬਾਅਦ, ਤਾਂ ਇਹ ਅੱਗੇ ਨੂੰ ਇੱਧਰਲੀ ਸਾਈਡ ਨੂੰ ਅੱਗੇ ਨੂੰ ਵੱਧਦਾ ਰਹਿੰਦਾ ਜੀ। ਅੱਗੇ ਚੱਲਦੇ ਹਾਂ, ਹੁਣ ਗੱਲ ਕਰਦੇ ਹਾਂ ਜੀ ਇੰਡਸ ਵੈਲੀ ਸਿਵਲਾਈਜੇਸ਼ਨ ਦੀ। ਅਤੇ ਇਹ ਸਿਵਲਾਈਜੇਸ਼ਨ ਸਟਾਰਟ ਕਿੱਥੋਂ ਹੁੰਦੀ ਹੈ ਜੀ? 2600 BC ਤੋਂ ਲੈ ਕੇ 1900 BC ਦੇ ਵਿੱਚ। 2600 ਤੋਂ ਸਟਾਰਟ ਹੁੰਦੀ ਹੈ ਜੀ ਅਤੇ 1900 ਤੋਂ ਖਤਮ ਹੁੰਦੀ ਹੈ। ਤੁਸੀਂ ਸਮਝ ਗਏ ਹੋਣੇ, ਜਿਹੜਾ ਮੈਂ ਤੁਹਾਨੂੰ ਪਿੱਛੇ ਚਾਰਟ ਸਮਝਾਇਆ ਸੀ ਕਿ ਇਸ ਵਿੱਚ ਸਮਾਂ ਪਿੱਛੇ ਨੂੰ ਹੀ ਚੱਲੇਗਾ। ਠੀਕ ਹੈ ਜੀ। ਅਤੇ ਇਸ ਬਾਰੇ ਥੋੜ੍ਹਾ ਜਿਹਾ ਜਾਣਦੇ ਹਾਂ। ਇੰਡਸ ਵੈਲੀ ਸਿਵਲਾਈਜੇਸ਼ਨ ਹੁੰਦੀ ਕੀ ਹੈ? ਇੰਡਸ ਵੈਲੀ ਸਿਵਲਾਈਜੇਸ਼ਨ ਨੂੰ ਹੜੱਪਨ ਸਿਵਲਾਈਜੇਸ਼ਨ ਹੀ ਕਿਹਾ ਜਾਂਦਾ ਹੈ। ਇਸ ਲਈ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਇਹ ਜ਼ਿਆਦਾਤਰ ਪਾਰਟ ਇਹਦੇ ਹੜੱਪਾ ਵਾਲੀ ਸਾਈਡ ਹੈ ਜੀ। ਅਤੇ ਇਹਨੂੰ ਸਿੰਧੂ ਘਾਟੀ ਵੀ ਕਹਿੰਦੇ ਹੈ ਇਸ ਲਈ ਕਿਉਂਕਿ ਇਹ, ਜਿਵੇਂ ਇਹਨੂੰ ਸਮਝ ਲਓ ਇੰਡੀਆ ਦਾ ਇਹ ਵੈਸਟਰਨ ਪਾਰਟ ਹੈ। ਇਹਦੀ ਜ਼ਿਆਦਾਤਰ ਜਿਹੜੀ ਸਾਈਟਾਂ ਹੈ ਨਾ ਜੀ, ਉਹ ਇੰਡਸ ਰਿਵਰ ਦੇ ਕਿਨਾਰੇ ਹੀ ਪਾਈਆਂ ਗਈਆਂ ਨੇ। ਹੁਣ ਸਾਈਟਾਂ ਸਮਝੋ ਜੀ। ਸਾਈਟਾਂ ਕੀ ਹੁੰਦੀਆਂ ਨੇ? ਇੱਕ ਮਿੰਟ। ਸਾਈਟਾਂ ਕੀ ਹੁੰਦੀਆਂ? ਜਿਵੇਂ ਕੰਟਰੀਆਂ ਹੁੰਦੀਆਂ ਜੀ ਬੜੀਆਂ, ਇੰਡੀਆ ਹੋ ਗਿਆ ਜੀ, ਪਾਕਿਸਤਾਨ ਹੋ ਗਿਆ, ਈਰਾਨ ਹੋ ਗਿਆ, ਇਰਾਕ ਹੋ ਗਿਆ ਜੀ। ਇਹ ਤਾਂ ਹੋ ਗਈਆਂ ਕੰਟਰੀਆਂ ਜੀ। ਇੱਕ ਹੁੰਦੀਆਂ ਸਾਈਟਾਂ ਹੁੰਦੀਆਂ ਛੋਟੇ ਪਾਰਟਾਂ 'ਚ, ਜਿਹਨੂੰ ਆਪਾਂ ਟਾਪੂ ਵੀ ਕਹਿ ਸਕਦੇ ਹਾਂ। ਛੋਟੀ ਸਿਟੀਆਂ, ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ, ਆਪਾਂ ਪੁਰਾਣੇ ਕਾਲ 'ਚ ਉਹਨਾਂ ਨੂੰ ਕਹਿ ਦਿੰਦੇ ਆ ਸਾਈਟਸ। ਹੁਣ ਇਹ ਸਾਈਟਸ ਹੀ ਇੰਡੀਆ ਦੀ ਸਾਈਟਸ ਜ਼ਿਆਦਾ ਮਸ਼ਹੂਰ ਹੈ ਕਿਉਂਕਿ ਜ਼ਿਆਦਾਤਰ ਸਿਵਲਾਈਜੇਸ਼ਨ ਇੰਡੀਆ 'ਚ ਸੀਗੀ। ਇਸ ਨੂੰ ਆਪਾਂ ਇੰਡਸ ਵੈਲੀ ਸਿਵਲਾਈਜੇਸ਼ਨ ਕਹਿੰਦੇ ਹਾਂ। ਅਤੇ ਇਹ ਪਾਕਿਸਤਾਨ, ਇੰਡੀਆ ਅਤੇ ਬਲੋਚਿਸਤਾਨ ਅਤੇ ਹੋਰ ਵੀ ਕਈ ਦੇਸ਼ਾਂ 'ਚ ਇਹ ਪਾਈ ਗਈ ਹੈ। ਅਤੇ ਇਹ ਐ ਨਹੀਂ ਹੈਗਾ ਵੀ ਆਪਣੇ ਭਾਰਤ ਵਿੱਚ ਹੀ ਸਿਵਲਾਈਜੇਸ਼ਨ ਸੀਗੀ, ਭਾਰਤ ਵਿੱਚ ਹੀ ਪੁਰਾਣੇ ਸਮੇਂ 'ਚ ਲੋਕ ਰਹਿੰਦੇ ਸੀ। ਹੋਰ ਵੀ ਸਾਈਟਾਂ ਸੀਗੀ, ਜਿਵੇਂ ਮੈਸੋਪਟਾਮੀਆ, ਅੱਜ ਦਾ ਇਰਾਕ ਕਹਿੰਦੇ ਆ ਜਿਹਨੂੰ, ਨੀਲ ਕਹਿੰਦੇ ਆ ਇਜਿਪਟ ਨੂੰ। ਇੱਥੇ ਵੀ ਜਿਵੇਂ ਆਪਣੇ ਇੱਧਰ ਇੰਡਸ ਵੈਲੀ ਸਿਵਲਾਈਜੇਸ਼ਨ ਹੈ, ਉੱਥੇ ਮੈਸੋਪਟਾਮੀਆ ਨਾਮ ਦੀ ਸਿਵਲਾਈਜੇਸ਼ਨ ਸੀਗੀਆਂ। ਅਤੇ ਇਹਨਾਂ ਦਾ ਆਪਸ ਵਿੱਚ ਟਰੇਡ ਹੁੰਦਾ ਸੀ। ਟਰੇਡ ਸਮਝਦੇ ਹੋ ਵਪਾਰ। ਅਤੇ ਆਪਣੇ ਵਾਲੀਆਂ ਇਹ ਸਮਝ ਲਓ ਇੰਡੀਆ ਹੈ, ਇਹ ਸਮਝ ਲਓ ਇਰਾਕ ਹੈ। ਆਪਣੇ ਵਾਲੇ ਇੱਧਰ ਇਹਨਾਂ ਨੂੰ ਸਮਾਨ ਭੇਜਦੇ ਸੀਗੇ ਅਤੇ ਉੱਧਰ ਵਾਲੇ ਇੱਧਰੋਂ ਭੇਜਦੇ ਸੀ। ਇਹਨੂੰ ਕਹਿੰਦੇ ਜਾਂਦੀ ਟਰੇਡ ਕਹਿੰਦੇ ਆ ਜੀ ਇਹਨੂੰ। ਤੁਸੀਂ ਆਪ ਸੋਚ ਸਕਦੇ ਹੋ ਕਿ ਉਸ ਸਮੇਂ ਕਾਲ ਵਿੱਚ, ਜਿਸ ਵਿੱਚ ਫੋਨ ਟੈਲੀਫੋਨ ਕੁਛ ਵੀ ਨਹੀਂ ਹੁੰਦਾ ਸੀ, ਉਸ ਸਮੇਂ ਵਿੱਚ ਇਹ ਵਪਾਰ ਕਰਦੇ ਸੀਗੇ। ਵਪਾਰ ਵੀ ਕਿਵੇਂ? ਜਿਵੇਂ ਸੀਲਾਂ ਹੁੰਦੀਆਂ ਸੀ, ਜਿਵੇਂ ਅੱਜ ਕਹਿ ਦਿੰਦੇ ਨੇ ਜੀ ਠੱਪਾ ਲੱਗ ਗਿਆ ਵੀ ਇਹ ਮੇਰੀ ਹੈ ਜੀ। ਉੱਥੇ ਜਗੀਰ ਜਿਵੇਂ ਕਹਿ ਦਿੰਦੇ ਆ ਵੀ ਇਹ ਆਹ ਪ੍ਰੋਡਕਟ ਹੈ, ਇਹ 'ਚ ਫਲਾਣਾ ਕੋਈ ਬਣਿਆ ਹੋਊਗਾ ਜੀ ਨਿਸ਼ਾਨ, ਅਤੇ ਉਹ ਬੰਦੇ ਦਾ ਨਾਮ ਲਿਖਿਆ ਹੋਊਗਾ ਜੀ ਇਹਦੇ। ਅਤੇ ਉਹ ਸ਼ਿਪਾਂ ਦੇ ਥਰੂ ਇੱਧਰ ਲੈ ਕੇ ਜਾਂਦੀ ਸੀ, ਇਰਾਕ ਵਾਲੀ ਸਾਈਡ ਲੈ ਕੇ ਜਾਂਦੀ ਸੀਗੀ, ਇਰਾਕ ਅਤੇ ਇੱਧਰ ਇੰਡੀਆ। ਅਤੇ ਜਦੋਂ ਇਹ ਟਰੇਡ ਕਰਦੇ ਸੀਗੇ
ਮੈਂ ਤੁਹਾਨੂੰ ਦੱਸਿਆ ਹੀ ਹੈ ਵੀ ਸੀਲਾਂ ਇੱਧਰ ਵਾਲੀ ਉੱਧਰ ਜਾਂਦੀਆਂ ਸੀਗੀ, ਉੱਧਰ ਵਾਲੀਆਂ ਇੱਧਰ ਆਉਂਦੀਆਂ ਸੀਗੀ। ਅਤੇ ਆਪਾਂ ਨੂੰ ਇਸ ਦਾ ਪਤਾ ਕਿਵੇਂ ਲੱਗਿਆ, ਜਿਹੜੀ ਇਹਨਾਂ ਇਰਾਕ ਵਾਲੀ ਸਾਈਡ ਤੋਂ, ਇਜਿਪਟ ਵਾਲੀ ਸਾਈਡ ਤੋਂ ਦੀ ਸੀਲਾਂ ਆਪਣੇ ਇੰਡੀਆ 'ਚ ਪਾਈ ਗਈਆਂ ਅਤੇ ਇੰਡੀਆ ਵਾਲੀ ਸੀਲਾਂ ਇਰਾਕ 'ਚ ਪਾਈਆਂ ਗਈਆਂ। ਅਤੇ ਇੱਥੋਂ ਤੁਸੀਂ ਆਪਣਾ ਅੰਦਾਜ਼ਾ ਲਾ ਸਕਦੇ ਹੋ ਕਿ ਉਹਨਾਂ ਦਾ ਟਰੇਡ ਕਿੰਨਾ ਵਧੀਆ ਸੀਗਾ। ਟਰੇਡ ਹਮੇਸ਼ਾ ਉਦੋਂ ਹੁੰਦਾ ਏ ਜਦੋਂ ਆਪਣੇ ਕੋਲ ਸਮਾਨ ਜ਼ਿਆਦਾ ਹੋਵੇ, ਜਿਹਦੀ ਡਿਮਾਂਡ ਦੂਸਰੀ ਕੰਟਰੀ 'ਚ ਜ਼ਿਆਦਾ ਹੋਵੇ। ਟਰੇਡ ਹਮੇਸ਼ਾ ਜ਼ਿਆਦਾ ਉਸ ਟਾਈਮ ਹੁੰਦਾ ਹੈ। ਠੀਕ ਹੈ ਜੀ, ਚਲੋ ਅੱਗੇ ਗੱਲ ਕਰਦੇ ਹਾਂ ਜੀ। ਇਹ ਹੈਗਾ ਜੀ ਇੰਡਸ ਵੈਲੀ ਸਿਵਲਾਈਜੇਸ਼ਨ ਦਾ ਮੈਪ। ਅਤੇ ਇਹ ਤੁਸੀਂ ਨੋਟਿਸ ਕਰੋਗੇ ਕਿ ਜ਼ਿਆਦਾਤਰ ਸਾਈਟਾਂ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਇੰਡਸ ਦੇ ਕਿਨਾਰੇ ਹੀ ਮਿਲਣਗੀਆਂ, ਜਿਵੇਂ ਕਿ ਮੋਹਨਜੋਦਾਰੋ, ਹੜੱਪਾ ਜਿਹੜੀ ਮੇਨ ਇੰਪੋਰਟੈਂਟ ਸਾਈਟ ਹੈ, ਰੋਪੜ, ਕਾਲੀਬੰਗਾ, ਡੋਲਾਵੀਰਾ ਯੈਸ। ਬਸ ਇਹ ਤੁਸੀਂ ਆਪਣੇ ਮਾਈਂਡ 'ਚ ਥੋੜ੍ਹਾ ਜਿਹਾ ਬਿਠਾ ਕੇ ਰੱਖਣੀ ਹੈ ਵੀ ਇਹ ਇੱਥੇ ਏਰੀਏ 'ਚ ਇਹ ਸਿਵਲਾਈਜੇਸ਼ਨ ਸੀਗੀ। ਅਤੇ ਇੱਧਰਲੀ ਸਾਈਡ ਪਾਕਿਸਤਾਨ, ਬਲੋਚਿਸਤਾਨ, ਅਫਗਾਨ ਵਾਲੀ ਸਾਈਡ, ਇੱਧਰਲੀ ਸਾਈਡ ਵੀ ਛੋਟੇ ਛੋਟੇ ਪਾਰਟ ਇਹਦੇ ਪਾਏ ਗਏ ਆ, ਜੋ ਕਿ ਮੈਸੋਪਟਾਮੀਆ ਮੈਂ ਤੁਹਾਨੂੰ ਦੱਸਿਆ ਵੀ ਉੱਧਰਲੀ ਸਾਈਡ ਵੀ ਸਿਵਲਾਈਜੇਸ਼ਨ ਸੀਗੀ। ਉਹ ਇਹ ਮੈਪ ਦੇਖ ਲੈਣਾ ਤੁਸੀਂ ਧਿਆਨ ਨਾਲ ਜੀ। ਅਤੇ ਇਹ ਇੱਥੇ ਤਾਂ ਸਟਾਰ ਮਾਰਕ ਕਰ ਲਿਓ ਜੀ। ਇਹ ਤਾਂ ਪੇਪਰ 'ਚ ਚਾਹੇ PPSC ਹੋਵੇ ਜੀ, ਚਾਹੇ UPSC ਹੋਵੇ, ਇੱਥੇ ਉਹ ਕੁਐਸਚਨ ਪੁੱਛਦੇ ਨੇ। ਜਿਵੇਂ ਆਹ ਇੰਡਸ ਹੋ ਗਿਆ, ਜੇਹਲਮ ਹੋ ਗਿਆ, ਚਨਾਬ ਹੋ ਗਿਆ, ਰਾਵੀ, ਬਿਆਸ, ਸਤਲੁਜ, ਇਹ ਜਿਵੇਂ ਇੰਡੀਆ ਦੀਆਂ ਹੋ ਗਈਆਂ ਰਿਵਰਾਂ ਜੀ ਆ ਸਾਰੀਆਂ। ਇਹਨਾਂ ਦੇ ਏਸ਼ੀਅਨ ਨੇਮ ਕੀ ਸੀ, ਕਿਉਂਕਿ ਇਹ ਪੁਰਾਣੇ ਸਮੇਂ 'ਚ ਇਹਨਾਂ ਦਾ ਨਾਮ ਕੁਛ ਹੋਰ ਸੀ ਅਤੇ ਅੱਜ ਦੇ ਸਮੇਂ 'ਚ ਨਾਮ ਕੁਛ ਹੋਰ ਹੈ ਜੀ। ਜਿਵੇਂ ਏਸ਼ੀਅਨ ਨਾਮ ਇੰਡਸ ਦਾ ਸੀਗਾ ਸਿੰਧੂ, ਜੇਹਲਮ ਦਾ ਸੀਗਾ ਵਿਤਾਸਤਾ, ਚਨਾਬ ਦਾ ਸੀਗਾ ਐਸਿਕਨੀ, ਰਾਵੀ ਦਾ ਸੀਗਾ ਪਰੂਸਨੀ, ਬਿਆਸ ਦਾ ਸੀਗਾ ਵਿਪਾਸਾ, ਸਤਲੁਜ ਦਾ ਸਤੁਦਰੀ। ਹੋਰ ਤੁਹਾਨੂੰ ਯਾਦ ਹੋਵੇ ਨਾ ਹੋਵੇ, ਪਰ ਪੰਜਾਬ ਦੇ ਵਿੱਚ ਵਾਲੀਆਂ, ਪੰਜਾਬ ਦੇ ਲਾਗ ਵਾਲੀਆਂ ਤੁਹਾਨੂੰ ਜ਼ਰੂਰ ਯਾਦ ਹੋਣੀ ਚਾਹੀਦੀਆਂ। ਨਰਮਦਾ, ਲੂਨੀ, ਸਗਰਾਮਤੀ। ਅਤੇ ਤੁਹਾਨੂੰ ਜ਼ਰੂਰ ਇੰਪੋਰਟੈਂਟ ਯਾਦ ਹੀ ਕਰਨੇ ਆ। ਜੇ ਤੁਸੀਂ ਨੋਟਸ ਬਣਾ ਰਹੇ ਹੋ ਤਾਂ ਜ਼ਰੂਰ ਲਿਖਣਾ ਜ਼ਰੂਰ। ਅਤੇ ਅੱਗੇ ਆਪਾਂ ਹੁਣ ਗੱਲ ਕਰਦੇ ਹਾਂ ਜੀ ਇਹ ਸਾਈਟਾਂ ਮਿਲੀਆਂ ਕਿੱਥੇ। ਮੈਂ ਵੈਸੇ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਅਤੇ ਫਿਰ ਇੱਕ ਵਾਰੀ ਦੇਖ ਲਓ। ਇਹ ਨਾ ਜ਼ਿਆਦਾ ਇੰਡਸ ਰੀਵਰ ਟ੍ਰਿਬਿਊਟਰੀ, ਮੈਂ ਤੁਹਾਨੂੰ ਦੱਸਿਆ ਇੰਡਸ ਰੀਵਰ ਦੇ ਲਾਗ ਟ੍ਰਿਬਿਊਟਰੀਆਂ ਕੀ ਹੁੰਦੀਆਂ, ਮੈਂ ਤੁਹਾਨੂੰ ਟ੍ਰਿਬਿਊਟਰੀਆਂ, ਜਿਵੇਂ ਆ ਇੰਡਸ ਰੀਵਰ ਹੈ ਜੀ, ਇਹ ਛੋਟੀਆਂ ਰੀਵਰਾਂ ਜਿਹੜੀ ਪੰਜਾਬ ਦੀਆਂ ਹੈ, ਸਤਲੁਜ ਹੋ ਗਈ, ਰਾਵੀ, ਚਨਾਬ, ਬਿਆਸ, ਜੇਹਲਮ। ਹੁਣ ਤਾਂ ਪੰਜਾਬ 'ਚ 2 ਹੀ ਰਹਿ ਗਈਆਂ, 3 ਪਾਕਿਸਤਾਨ 'ਚ ਚਲੇ ਗਈਆਂ। ਜਿਹੜੀਆਂ ਇਹ ਟ੍ਰਿਬਿਊਟਰੀਆਂ ਹੈ, ਇਹ ਬਾਅਦ 'ਚ ਜਾ ਕੇ ਇੱਕ ਬੜੀ ਨਦੀ 'ਚ ਮਿਲ ਜਾਂਦੀਆਂ। ਉਹ ਹੈਗੀ ਇੰਡਸ ਨਦੀ। ਅਤੇ ਇਹਨਾਂ ਨੂੰ ਕਹਿ ਦਿੰਦੇ ਆਪਾਂ ਟ੍ਰਿਬਿਊਟਰੀਆਂ, ਵੀ ਇਹ ਇੰਡਸ ਦੀ ਟ੍ਰਿਬਿਊਟਰੀਆਂ ਨੇ। ਠੀਕ ਹੈ ਜੀ, ਹੋਰ ਗੱਲ ਕਰਦੇ ਹਾਂ ਅੱਗੇ। ਇਹਦੀ ਡਿਸਕਵਰੀ ਹੋਈ ਕਿਵੇਂ? ਹੁਣ ਇਹਨੂੰ ਆਪਾਂ ਸੋਚਣ ਵਾਲੀ ਗੱਲ ਹੈ ਜੀ ਵੀ ਇਹ ਸਭ ਤੋਂ ਪਹਿਲਾਂ ਮਤਲਬ ਬਹੁਤ ਪੁਰਾਣੀ ਸਾਈਟ ਹੈ, ਅੱਜ ਤੋਂ 3500 ਸਾਲਾਂ ਪਹਿਲਾਂ ਜੀ ਵੀ ਇਹ ਸਾਈਟ ਐਕਸਕੇਵੇਟ ਕੀਤੀ ਗਈ ਹੈ। ਅਤੇ ਇਹ ਕਿਸੇ ਨੇ ਤਾਂ ਕੀਤੀ ਹੋਵੇਗੀ, ਹੈ ਨਾ ਜੀ। ਅਤੇ ਇਹਦੀ ਸੁਪਰਸਟੀਸ਼ੀਅਸ ਡਿਸਕਵਰੀ ਸੀਗੀ। ਸੁਪਰਸਟੀਸ਼ੀਅਸ ਡਿਸਕਵਰੀ ਜਿਵੇਂ ਕਹਿੰਦੇ ਵੀ ਅਚਾਨਕ ਚੱਤ ਹੋ ਗਈ, ਵੀ ਮਤਲਬ ਗਏ ਸੀਗੇ ਕੁਛ ਹੋਰ ਕੰਮ ਕਰਨ, ਉਹ ਮਿਲ ਗਿਆ ਕੁਛ ਹੋਰ। ਇਹ ਉਸ ਟਾਈਮ ਬਹੁਤ ਪੁਰਾਣੀ ਇੱਕ ਨਾ ਰੇਲਵੇ ਲਾਈਨ ਪੈ ਰਹੀ ਸੀਗੀ, ਮਤਲਬ ਰੇਲਵੇ ਲਾਈਨ ਮੈਂ ਮੈਨਸ਼ਨ ਕੀਤਾ ਹੈ ਜੀ, ਇੰਡੀਅਨ ਰੇਲਵੇ ਲਾਈਨ ਲਾਹੌਰ ਟੂ ਕਰਾਚੀ ਪੈ ਰਹੀ ਸੀ। ਅਤੇ ਉੱਥੇ ਨਾ ਜਿਹੜੇ ਵਰਕਰ ਸੀਗੇ ਉਹ ਇੱਟਾਂ ਲੈ ਕੇ ਆਉਂਦੇ ਹੁੰਦੇ ਲਾਗ ਪਾਸ ਦੇ ਏਰੀਏ 'ਚੋਂ। ਜਿਹੜੀ ਉਹ ਇੱਟਾਂ ਉੱਥੇ ਯੂਜ਼ ਕੀਤੀਆਂ ਗਈਆਂ, ਉੱਥੇ ਨਾ ਇੱਕ ਬੰਦਾ ਪਹੁੰਚ ਗਿਆ ਜੀ। ਬੰਦਾ ਕਿਹੜਾ ਸੀਗਾ ਜੀ? ਉਹ ਸਰ ਜੌਹਨ ਮਾਰਸ਼ਲ, ਹੈਡ ਆਫ ਆਰਕੀਓਲੋਜੀਕਲ ਸਰਵੇ ਆਫ ਇੰਡੀਆ। ਇਹ ਉੱਥੇ ਪਹੁੰਚ ਗਿਆ ਜੀ। ਅਤੇ ਉੱਥੇ ਉਹਨੇ ਦੇਖਿਆ ਵੀ ਹਾਂ ਇਹ ਸਾਈਟ ਮਤਲਬ ਇਹ ਇੱਟਾਂ ਕਿੱਥੋਂ ਲੈ ਕੇ ਆ ਰਹੇ ਆ। ਉਹਨਾਂ ਨੇ ਦੱਸਿਆ ਵੀ ਇਹ ਸਾਈਟ ਤੋਂ, ਇਲਾਕੇ ਤੋਂ ਲੈ ਕੇ ਆਏ ਆ। ਇਹ ਬੰਦੇ ਫਿਰ ਤੁਰ ਕੇ ਗਏ ਉੱਥੇ ਅਤੇ ਉਹਨਾਂ ਨੇ ਚੈੱਕ ਕੀਤਾ ਵੀ ਹਾਂ ਕੀ ਹੈ ਇੱਥੇ। ਉਹਨਾਂ ਨੇ ਦੇਖਿਆ ਵੀ ਹਾਂ ਇੱਥੇ ਤਾਂ ਬੜੀਆਂ ਸਾਈਟਾਂ ਹੈ, ਉੱਥੇ ਮਿਲੀਆਂ ਬ੍ਰਿਕਸ ਮਿਲੀਆਂ ਹੈ। ਵੀ ਮਤਲਬ ਬ੍ਰਿਕਸ ਹਲੇ ਇਨਵੈਂਸ਼ਨ ਬ੍ਰਿਕਸ ਦੀ ਹੋਈ ਨਹੀਂ, ਅਤੇ ਇਹ ਬ੍ਰਿਕਸ ਤਾਂ ਹਲੇ ਪਹਿਲਾਂ ਹੀ ਮਿਲੀਆਂ ਹੋਈਆਂ ਹੈ। ਵੀ ਮਤਲਬ ਹਲੇ ਬ੍ਰਿਕਸ ਬਣਨੀ ਸ਼ੁਰੂ ਹੋਈ ਹੈ। ਵੀ ਮਤਲਬ ਇਹ ਪੁਰਾਣੀ ਸਮਾਂ 'ਚ ਇੰਨੀਆਂ ਜ਼ਿਆਦਾ ਕਿਵੇਂ ਮਿਲ ਗਈਆਂ ਜੀ ਉੱਥੇ, ਵੀ ਇੰਨੀ ਮਾਤਰਾ 'ਚ ਕਿੱਥੋਂ ਆ ਰਹੀਆਂ ਹੈ। ਫਿਰ ਉਹਨਾਂ ਨੇ ਜ਼ਿਆਦਾ ਉੱਥੇ
ਛਾਣਬੀਨ ਕੀਤੀ ਤਾਂ ਉੱਥੇ ਉਹਨਾਂ ਨੂੰ ਪੂਰੀ ਸਿਟੀ ਲੱਭ ਗਈ, ਇੱਕ ਪੂਰੀ ਸਿਟੀ। ਅਤੇ ਉਹ ਪਹਿਲੀ ਸਿਟੀ ਸੀਗੀ ਹੜੱਪਾ ਸਿਵਿਲਾਈਜ਼, ਹੜੱਪਾ ਸਾਈਟ ਸੀਗੀ, ਹੜੱਪਾ ਸਾਈਟ। ਇਸ ਲਈ ਆਪਾਂ ਨੂੰ ਹੜੱਪਾ ਸਿਵਿਲਾਈਜੇਸ਼ਨ ਵੀ ਕਹਿੰਦੇ ਆ। ਅਤੇ ਇੱਥੋਂ ਆ ਨਾਮ ਤੁਸੀਂ ਜ਼ਰੂਰ ਯਾਦ ਰੱਖਣੇ ਆ ਜੀ, ਰਾਏ ਬਹਾਦਰ, ਦਇਆਰਾਮ ਸਾਹਨੀ, ਇਹਨਾਂ ਨੇ ਹੜੱਪਾ ਸਿਵਿਲਾਈਜੇਸ਼ਨ, ਹੜੱਪਨ ਸਾਈਟ ਦੀ ਖੋਜ ਕੀਤੀ। ਅਤੇ ਰਖਲਦਾਸ ਬੈਨਰਜੀ, ਇਹਨਾਂ ਨੇ ਮੋਹਨਜੋਦਾਰੋ ਦੀ ਖੋਜ ਕੀਤੀ। ਇਹ ਨਾਮ ਤਾਂ ਤੁਸੀਂ ਲਿਖ ਲੈਣੇ ਆ ਜੀ, ਕਿਤੇ ਛੱਡਣੇ ਨਹੀਂ ਹੈ ਜੀ। ਅੱਗੇ ਦੇਖੋ, ਅਤੇ ਇਹ ਇਹਨਾਂ ਦੇ ਕਰੈਕਟਰ ਦੇਖ ਲੈਂਦੇ ਆ। ਇਹ ਵੈਰੀ ਫਸਟ ਅਰਬਨਾਈਜੇਸ਼ਨ ਸੀਗੀ, ਅਤੇ ਇੰਡੀਆ ਦੀ ਸਭ ਤੋਂ ਪਹਿਲੀ ਅਰਬਨਾਈਜੇਸ਼ਨ ਵੀ ਕਿਹਾ ਜਾਂਦਾ, ਕਿਉਂਕਿ ਹਾਲੇ ਟਾਊਨ ਪਲੈਨਿੰਗ ਹੋਣ ਲੱਗੀ ਹੈ ਜੀ। ਅਤੇ ਕਿਉਂਕਿ ਇਰੀਗੇਸ਼ਨ ਸਿਸਟਮ, ਡਰੇਨੇਜ ਸਿਸਟਮ ਇੰਨਾ ਵਧੀਆ ਸੀਗਾ ਜੀ, ਹਲੇ ਵੀ ਮਤਲਬ ਜਿਹੜਾ ਇਹੋ ਜਿਹੇ ਟਾਊਨ ਪਲੈਨਿੰਗ ਹੈ ਹਲੇ ਵੀ ਇੰਡੀਆ 'ਚ ਕਿਤੇ ਕਿਤੇ ਹੈਗੇ ਨੇ ਅੱਜ ਵੀ ਉਹ ਉੱਥੇ ਦਾ ਪੁਰਾਣਾ ਸਿਸਟਮ ਅੱਜ ਵੀ ਇੰਡੀਆ 'ਚ ਹੈਗਾ ਹੈ। ਅਤੇ ਇਸ ਤੋਂ ਆਪਾਂ ਨੂੰ ਪਤਾ ਲੱਗਦਾ ਹੈ ਵੀ ਪੁਰਾਣੇ ਸਮੇਂ 'ਚ ਉਹ ਕਿੰਨਾ ਡਿਵੈਲਪਡ ਸੀਗੇ, ਟਾਊਨ ਪਲੈਨਿੰਗ ਸੀਗੀ। ਜਿਹੜੀ ਉਹਨਾਂ ਦੀ ਟਾਊਨ ਪਲੈਨਿੰਗ ਸੀਗੀ ਨਾ ਜੀ, ਜਿਵੇਂ ਟਾਊਨ ਹੈ ਵੱਡਾ, ਇੱਥੇ ਉਹ ਦੋ ਚੀਜ਼ਾਂ 'ਚ ਡਿਵਾਈਡ ਸੀਗਾ, ਇੱਕ ਸੀਗਾ ਸਿਟੈਡਲ, ਇੱਕ ਸੀਗਾ ਲੋਅਰ ਟਾਊਨ। ਜਿਹੜਾ ਸਿਟੈਡਲ ਸੀਗਾ, ਉਹ ਸਿਟੈਡਲ ਸੀਗਾ ਉੱਚੀ ਥਾਂ 'ਤੇ, ਅਤੇ ਜਿਹੜਾ ਲੋਅਰ ਟਾਊਨ ਸੀਗਾ ਜਿੱਥੇ ਹੋਰ ਲੋਕ ਰਹਿੰਦੇ ਸੀਗੇ, ਉਹ ਸੀਗਾ ਨੀਚੇ। ਇਹ ਸਿਟੈਡਲ ਸੀਗਾ, ਸਿਟੈਡਲ ਦੇ ਵਿੱਚ ਜ਼ਿਆਦਾਤਰ ਐਡਮਿਨਿਸਟ੍ਰੇਸ਼ਨ ਵਾਲੇ ਲੋਕ ਰਹਿੰਦੇ ਸੀਗੇ, ਜਿਹੜੇ ਮਤਲਬ ਜ਼ਮੀਨਦਾਰ ਹੋ ਗਏ। ਆਪਾਂ ਮੰਨ ਸਕਦੇ ਹਾਂ ਵੀ ਜ਼ਮੀਨਦਾਰ ਉੱਥੇ ਹੋਣੀ, ਪੋਸਟ ਨਹੀਂ ਹੋਣੀ, ਪਰ ਮਤਲਬ ਉੱਚੀ ਐਡਮਿਨਿਸਟ੍ਰੇਸ਼ਨ ਵਾਲੇ ਬੰਦੇ ਸਿਟੈਡਲ 'ਚ ਹੀ ਰਹਿੰਦੇ ਸੀਗੇ। ਅਤੇ ਮੈਂ ਤੁਹਾਨੂੰ ਦੱਸਦਾ, ਅਤੇ ਉੱਥੇ ਗ੍ਰੇਟ ਬਾਥ ਔਰ ਗ੍ਰੇਟ ਗ੍ਰੈਨਰੀ ਮਿਲੀ ਹੈ ਜੀ। ਗ੍ਰੇਟ ਬਾਥ ਮਤਲਬ ਕਹਿ ਰਹੇ ਨੇ ਆਪਾਂ ਵੀ ਬਹੁਤ ਬੜਾ ਤਲਾਬ ਜਿੱਥੇ ਨਹਾਉਂਦੇ ਹੋਣੇ, ਅਤੇ ਉਹਦੇ ਲਾਗ ਚੇਂਜਿੰਗ ਰੂਮ ਵੀ ਮਿਲੇ ਆ ਜਿੱਥੇ ਆਪਾਂ ਕੱਪੜੇ ਬਦਲਦੇ ਸੀਗੇ। ਗ੍ਰੈਨਰੀ ਮਿਲ ਰਹੀ ਹੈ ਜੀ, ਗ੍ਰੈਨਰੀ ਹਰ ਇੱਕ ਸਾਈਡ ਦੇ ਵਿੱਚ ਗ੍ਰੈਨਰੀ ਮਿਲੀ ਹੈ ਜੀ ਅਪਰੋਕਸੀਮੇਟਲੀ। ਗ੍ਰੈਨਰੀ ਦਾ ਮਤਲਬ ਇੱਕ ਥਾਂ ਜਿੱਥੇ ਸਾਰਾ ਅਨਾਜ ਸੇਵ ਕਰਕੇ ਰੱਖਿਆ ਜਾਂਦਾ ਸੀਗਾ, ਅਤੇ ਇਹ ਇੱਥੇ ਮਿਲਿਆ ਜੀ। ਠੀਕ ਹੈ ਜੀ। ਅਤੇ ਅੱਗੇ ਇਹਨਾਂ ਦੇ ਘਰ ਦੇਖ ਲਓ, ਡਰੇਨੇਜ ਸਿਸਟਮ ਇਹਨਾਂ ਦਾ ਬਹੁਤ ਵਧੀਆ ਸੀਗਾ ਜੀ, ਮਤਲਬ ਇਹ ਬੈਸਟ ਸਾਈਟ ਮੰਨੀ ਗਈ ਹੈ ਜੀ ਹੁਣ ਤੱਕ। ਸਿਟੀਜ਼ ਆਰ ਵੈਲ ਪ੍ਰੋਟੈਕਟਿਡ ਵਿਦ ਵਾਲਸ, ਜਿਹੜੀ ਸਿਟੀਆਂ ਸੀਗੀਆਂ ਜੀ ਉਹਦੇ ਲਾਗ ਇੱਕ ਵਾਲ ਤਰ੍ਹਾਂ ਦਾ ਸਟਰਕਚਰ ਬਣਾਇਆ ਗਿਆ, ਜਿਹਦੇ ਕਰਕੇ ਉਹ ਬਚੀਆਂ ਰਹਿਣ, ਫਲੱਡ ਤੋਂ ਬਚੀਆਂ ਰਹਿਣ। ਕਿਸੇ ਮਤਲਬ ਹੋਰ ਕੰਟਰੀ 'ਚ ਕੋਈ ਹੋਰ ਬੰਦੇ ਆ ਕੇ ਉਹਨਾਂ 'ਤੇ ਆਕਰਮਣ ਕਰਨ ਤਾਂ ਉਹ ਫਿਰ ਵੀ ਸੇਫ ਰਹਿਣ। ਇਸ ਕਰਕੇ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਡਿਜ਼ਾਈਨ ਸੀਗਾ। ਅਤੇ ਉੱਥੇ ਦੀ ਜਿਹੜੀ ਬ੍ਰਿਕਸ ਸੀਗੀਆਂ, ਇੱਟਾਂ ਸੀਗੀਆਂ, ਉਹ 4:2:1 ਰੇਸ਼ੋ ਦੇ ਵਿੱਚ ਡਿਵਾਈਡ ਸੀਗੀ, ਜਿਵੇਂ ਕਿ 4 ਲੈਂਥ ਹੈ ਜੀ, 2 ਬ੍ਰੈਥ ਹੈ, ਅਤੇ ਜਿਹੜੀ ਆਹ ਲੰਬਾਈ ਹੈ ਜੀ ਇੱਧਰਲੀ ਸਾਈਡ ਨੂੰ ਉਹ ਹੈਗੀ 1। ਠੀਕ ਹੈ ਜੀ, ਸਮਝ ਗਏ? ਚਲੋ ਅੱਗੇ। ਅਤੇ ਇਹ ਦੇਖੋ ਜੀ, ਇਹ ਹੈਗਾ ਸਿਟੈਡਲ। ਮੈਂ ਤੁਹਾਨੂੰ ਦੱਸਿਆ ਜੀ ਇਹ ਲੋਅਰ ਟਾਊਨ ਹੈ, ਇੱਥੇ ਲੋਕ ਰਹਿੰਦੇ ਸੀਗੇ, ਅਤੇ ਇੱਥੇ ਐਡਮਿਨਿਸਟ੍ਰੇਸ਼ਨ ਵਾਲੇ ਬੰਦੇ ਰਹਿੰਦੇ ਸੀਗੇ। ਅਤੇ ਜਿਹੜੀ ਗ੍ਰੈਨਰੀਆਂ ਸੀਗੀਆਂ ਨਾ, ਮੈਂ ਤੁਹਾਨੂੰ ਦੱਸਿਆ ਵੀ ਜਿੱਥੇ ਗ੍ਰੈਨਰੀਆਂ ਸੀਗੀਆਂ, ਗ੍ਰੈਨਰੀਆਂ ਜ਼ਿਆਦਾਤਰ ਸਿਟੈਡਲ 'ਚ ਹੀ ਬਣਾਈਆਂ ਗਈਆਂ ਨੇ, ਕਿਉਂਕਿ ਇੱਥੇ ਹੀ ਜ਼ਿਆਦਾਤਰ ਅਨਾਜ ਰੱਖਿਆ ਜਾਂਦਾ ਸੀ, ਕਿਉਂਕਿ ਇਹ ਉੱਚੀ ਜਗ੍ਹਾ ਸੀ, ਸੇਫ ਜਗ੍ਹਾ ਮੰਨੀ ਜਾਂਦੀ ਸੀ ਉਸ ਸਮੇਂ 'ਚ। ਇਹ ਦੇਖੋ, ਮੈਂ ਤੁਹਾਨੂੰ ਦੱਸਿਆ ਡਰੇਨੇਜ ਸਿਸਟਮ, ਹਰ ਇੱਕ ਘਰ ਦੇ ਵਿੱਚ ਇੱਕ ਬਾਥਰੂਮ ਸੀਗਾ ਜੀ, ਬਾਥਰੂਮ ਦਾ ਜਿਹੜਾ ਡਰੇਨੇਜ ਸਿਸਟਮ, ਪਾਣੀ ਜਿਹੜਾ ਵੇਸਟ ਵਾਟਰ ਹੈ ਜੀ, ਉਹ ਪੂਰਾ ਇਹ ਤਾਂ ਨਾਲੀਆਂ ਰਾਹੀਂ ਆਉਂਦਾ ਸੀਗਾ। ਅਤੇ ਮਤਲਬ ਤੁਸੀਂ ਆਪ ਹਿਸਾਬ ਲਾਓ, ਬਹੁਤ ਇੰਨੇ ਸਾਲਾਂ ਪਹਿਲਾਂ ਇਹ ਸਿਸਟਮ ਸੀਗਾ, ਇੰਨੇ ਸਾਲਾਂ ਪਹਿਲਾਂ, ਜਿੱਥੇ ਮਤਲਬ ਲੋਕਾਂ ਨੂੰ ਹਲੇ ਧਰਮ ਬਾਰੇ ਹਲੇ ਗਿਆਨ ਹੋਣਾ ਵੀ ਨਹੀਂ, ਕੁਛ ਵੀ ਨਹੀਂ ਹੋਣਾ ਜੀ, ਨਾ ਕੋਈ ਐਜੂਕੇਸ਼ਨ ਹੈ ਜੀ, ਨਾ ਕੋਈ ਕੁਛ ਹੈ ਜੀ। ਹਲੇ ਦੇਖੋ ਫਿਰ ਵੀ ਉਸ ਸਮੇਂ 'ਚ ਇੰਨੀ ਡਿਵੈਲਪਮੈਂਟ ਹੋਈ ਹੈ। ਹਰ ਇੱਕ ਘਰ 'ਚ ਬਾਥਰੂਮ ਸੀਗਾ ਜੀ, ਹਰ ਇੱਕ ਘਰਾਂ ਦੇ ਨਾ ਜਿਹੜੇ ਦਰਵਾਜ਼ੇ ਸੀਗੇ ਉਹ ਨਾ ਮਤਲਬ ਦੇਖੋ, ਇਹ ਸਾਈਟ ਹੈ ਜੀ, ਇਹ ਸਟਰੀਟ ਹੈ ਜਿਹੜੀ ਮੇਨ ਸੜਕ ਆਉਂਦੀ ਹੈ ਜੀ, ਅਤੇ ਉਹਦੇ ਜਿਹੜੇ ਛੋਟੇ ਇੱਧਰ ਗਲੀਆਂ ਸੀਗੀਆਂ, ਉਹਨਾਂ ਦੇ ਜਿਵੇਂ ਆਹ ਘਰ ਹੈ, ਇਹਦੇ ਦਰਵਾਜ਼ੇ ਇੱਧਰਲੀ ਸਾਈਡ ਹੀ ਮਿਲਣਗੇ ਤੁਹਾਨੂੰ, ਆਹ ਰੋਡ ਦੇ ਉੱਪਰ ਨਹੀਂ ਮਿਲਣਗੇ, ਅੰਦਰਲੀ ਸਾਈਡ ਹੀ ਮਿਲਣਗੇ ਤੁਹਾਨੂੰ। ਫਿਰ ਹੁਣ ਕਰਦੇ ਹਾਂ ਗੱਲ ਜੀ ਹੜੱਪਨ ਸਾਈਟ ਦੀ। ਮੈਂ ਤੁਹਾਨੂੰ ਦੱਸਿਆ ਸਭ ਤੋਂ ਪਹਿਲੀ ਸਾਈਟ ਆਈ ਹੈ ਜੀ, ਇਹ ਜਿਹੜੀ ਡਿਸਕਵਰ ਹੋਈ ਹੈ, ਇਹਦੇ ਨਾਂ 'ਤੇ ਹੜੱਪਾ ਸਿਵਿਲਾਈਜੇਸ਼ਨ ਪਿਆ ਹੈ, ਅਤੇ ਇਹ ਰਾਵੀ ਨਦੀ ਦੇ ਕਿਨਾਰੇ ਹੈ। ਇੰਪੋਰਟੈਂਟ ਹੈ ਜੀ, ਰਾਵੀ ਨਦੀ ਦੇ ਕਿਨਾਰੇ ਹੈ ਜੀ, ਪੰਜਾਬ ਦੇ ਵਿੱਚ।
एविडेंस की मिले जी, ग्रेट ग्रैनरी मिली है जी आउटसाइड द सिटैडल। सिटैडल मैं थोड़ा दसिया जी उच्ची थां जिथे ग्रैनरी होंदियां जी, पर हर साइटां दे मोस्टली अंदर मिलियां जी, पर हड़प्पा विच आ जिहड़ी ग्रैनरी है ये बाहर मिली है, ਇਹਦੇ लाग ही ਇੱਥੇ ग्रैनरी बनाई गई है जी। ਹੁਣ ਗੱਲ ਕਰਦੇ ਹਾਂ ਅਗਲੀ ਸਾਈਡ ਦੀ, ਹੋ ਗਿਆ ਮੋਹਨਜੋਦਾਰੋ। ਇਹਨੂੰ ਮੋਹਨਜੋਦਾਰੋ ਨੂੰ ਮਾਊਂਡ ਆਫ ਡੈਡ ਵੀ ਕਿਹਾ ਜਾਂਦਾ ਹੈ, ਤੇ ਵੀ ਇੰਪੋਰਟੈਂਟ ਹੈ ਜੀ, ਯਾਦ ਕਰ ਲੈਣਾ, ਲਿਖ ਲੈਣਾ ਜੇ ਨੋਟਸ ਬਣਾ ਰਹੇ ਹੋ। ਤੇ ਇਹ ਇੰਡਸ ਰਿਵਰ ਸਿੰਧ ਪਾਕਿਸਤਾਨ ਦੇ ਲਾਗ, ਮੈਂ ਤੁਹਾਨੂੰ ਪਹਿਲਾਂ ਵੀ ਮੈਪ 'ਚ ਦਿਖਾਇਆ ਜੀ, ਇਹ ਦੇਖੋ, ਇਹ ਰਿਹਾ ਜੀ ਮੋਹਨਜੋਦਾਰੋ, ਤੇ ਅੱਜ ਦੇ ਪਾਕਿਸਤਾਨ 'ਚ ਹੈ ਜੀ। ਤੇ ਐਵੀਡੈਂਸ ਕੀ ਮਿਲਿਆ ਜੀ ਇੱਥੇ? ਗ੍ਰੇਟ ਬਾਥ। ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਗ੍ਰੇਟ ਬਾਥ ਮਿਲੀ ਹੈ। ਗ੍ਰੇਟ ਬਾਥ ਮਤਲਬ ਬਹੁਤ ਬੜਾ ਤਲਾਬ, ਜਿੱਥੇ ਲੋਕ ਨਹਾਉਂਦੇ ਸੀ, ਆਪਣੇ ਕੱਪੜੇ ਪਾਣੀ ਸਭ ਕੁਝ ਧੋਂਦੇ ਸੀਗੇ। ਤੇ ਇੱਥੇ ਸਾਈਡ 'ਤੇ ਉਹ ਮਿਲੀ ਹੈ ਜੀ ਚੇਂਜਿੰਗ ਰੂਮ, ਬਿਲਡਿੰਗ ਵੀ ਮਿਲੀ ਹੈ ਜੀ ਸਾਈਡ 'ਤੇ। ਤੇ ਠੀਕ ਹੈ ਜੀ, ਇਹ ਗ੍ਰੇਟ ਗ੍ਰੈਨਰੀ ਹੈ, ਇਹ ਇਨਸਾਈਡ ਦਾ ਸਿਟੈਡਲ ਹੀ ਮਿਲੀ ਹੈ ਜੀ। ਗ੍ਰੇਟ ਗ੍ਰੈਨਰੀ ਮੈਂ ਤੁਹਾਨੂੰ ਦੱਸਿਆ ਨਾ, ਗ੍ਰੈਨਰੀ ਜ਼ਿਆਦਾਤਰ ਸਿਟੈਡਲਾਂ ਦੇ ਵਿੱਚ ਹੀ ਹੁੰਦੀ ਸੀ, ਉੱਪਰਲੀ ਉੱਚੇ ਏਰੀਏ 'ਚ, ਕਿਉਂਕਿ ਇਹ ਸੇਫ ਜਗ੍ਹਾ ਮੰਨੀ ਜਾਂਦੀ ਸੀ। ਅਸੈਂਬਲੀ ਹਾਲ ਮਿਲਿਆ ਜੀ ਉੱਥੇ, ਬਿਲਡਿੰਗ ਮਿਲੀ ਹੈ। ਵੈਸੇ ਆਪਾਂ ਨੂੰ ਬਿਲਡਿੰਗ ਪੂਰੀ ਨਹੀਂ ਮਿਲੀ, ਕਿਉਂਕਿ ਉਹਦਾ ਅੱਧਾ ਪਾਰਟ ਤਾਂ ਹੁਣ ਜਾਂ ਡਿਸਟਰੋਏ ਹੋ ਗਿਆ, ਆਪਾਂ ਕੀ ਕਹਿ ਸਕਦੇ ਹਾਂ ਜੀ, ਪਰ ਉਹਦਾ ਕੁਛ ਕੁ ਪਾਰਟ, ਉਹਦਾ ਬੇਸ, ਅੱਧਾ ਬੇਸ ਆਪਾਂ ਨੂੰ ਮਿਲਿਆ ਹੈ ਜੀ। ਅਤੇ ਉੱਥੇ ਇੱਕ ਡਾਂਸਿੰਗ ਗਰਲ ਦਾ ਸਕੈਚੂ ਮਿਲਿਆ, ਇਹਦੇ ਪਸ਼ੂਪਤੀ ਸੀਲਸ ਮੈਂ ਤੁਹਾਨੂੰ ਅੱਗੇ ਦਿਖਾਵਾਂ, ਇੱਕ ਬੀਅਰਡ ਮੈਨ ਦਾ ਸਕੈਚੂ, ਇਹ ਉਹਨਾਂ ਦੇ ਧਰਮ ਗੁਰੂ ਮੰਨਦੇ ਸੀਗੇ ਉਹਨਾਂ ਨੂੰ, ਇਹ ਮੈਂ ਦਿਖਾਉਣਾ ਜੀ। ਫਿਰ ਅਗਲੀ ਸਾਈਡ ਹੈਗੀ ਕਾਲੀਬੰਗਾ, ਇਹ ਨੀਅਰ ਘੱਗਰ ਰਿਵਰ ਦੇ ਕਿਨਾਰੇ ਮਿਲੀ ਹੈ ਜੀ, ਅਤੇ ਅੱਜ ਦੇ ਰਾਜਸਥਾਨ 'ਚ ਹੈ ਜੀ। ਸਿਟੀ ਵਾਲ ਵਿਦ ਬੈਸਟੀਸ਼ਨ ਦੇ ਮਤਲਬ ਮੈਂ ਤੁਹਾਨੂੰ ਦੱਸਦਾ ਜੀ, ਜਿਵੇਂ ਵਾਲਸ ਹੈ ਜੀ, ਉਹਨਾਂ ਦੀ ਵਾਲਸ ਨੋਰਮਲ ਵਾਲਸ ਹੁੰਦੀਆਂ ਸਿੱਧੀਆਂ ਜੀ, ਅਤੇ ਇੱਥੇ ਦੀ ਵਾਲ ਐਵੇਂ ਸੀਗੀਆਂ, ਜਿਹੜੇ ਇਹ ਗੋਲ ਧਾਰੇ ਹੈ ਜੀ, ਮੈਂ ਇਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਬੈਸਟੀਸ਼ਨ, ਕਿਉਂਕਿ ਇੱਥੇ ਉਹ ਸਮਝਦੇ ਸੀਗੇ ਵੀ ਆਪਣਾ ਇੱਥੋਂ ਉਹ ਆਪਣੇ ਥੋੜ੍ਹੀ ਜਿਹੀ ਜਿਹੜੀ ਉਹਨਾਂ ਦੇ ਸਿਕਿਉਰਿਟੀ ਗਾਰਡ ਹੁੰਦੇ ਆ ਜੀ, ਅਤੇ ਇੱਥੇ ਆਪਣਾ ਨਿਗਰਾਨੀ ਦੂਰ ਤੱਕ ਦੇਖ ਸਕਣਗੇ, ਅਤੇ ਇਹ ਈਜ਼ੀਲੀ ਕੌਂਕਰ ਨਹੀਂ ਹੋਊਗਾ। ਜੇ ਕੋਈ ਹੋਰ ਰਾਜਾ ਇਹਨੂੰ ਜਿੱਤਣ ਲਾ ਜਾਵੇ ਆਪਾਂ ਨੂੰ, ਇਹਨੂੰ ਦੂਰ ਤੋਂ ਅਸੀਂ ਇੱਥੋਂ ਹੀ ਰੋਕ ਸਕਦੇ ਹਾਂ, ਕੋਨਿਆਂ ਤੋਂ ਹੀ। ਅਤੇ ਠੀਕ ਹੈ ਜੀ, ਅਤੇ ਅੱਗੇ ਆਪਾਂ ਕਿਤੇ ਫਾਇਰ ਆਲਟਰਸ ਮਿਲਦੇ ਆ। ਫਾਇਰ ਆਲਟਰਸ ਮਤਲਬ ਬੜੇ ਬੜੇ ਖੱਡੇ ਆ ਜੀ, ਅਤੇ ਉੱਥੇ ਉਹਨਾਂ ਨੂੰ ਵਿੱਚ ਮਤਲਬ ਅੱਗ ਲਾ ਕੇ ਕਿਸੇ ਬੰਦੇ ਨੂੰ ਫੂਕਿਆ ਜਾਂਦਾ ਹੈ ਜੀ, ਕਿਸੇ ਜਾਨਵਰ ਨੂੰ ਫੂਕਿਆ ਜਾਂਦਾ ਹੈ ਜੀ, ਅਤੇ ਉਹਨਾਂ ਦੇ ਫਾਇਰ ਆਲਟਰਸ ਮਿਲੇ ਆ ਜੀ। ਐਨੀਮਲ ਬੋਨਸ ਮਿਲੀਆਂ ਜੀ। ਐਨੀਮਲ ਬੋਨਸ ਕਿੱਥੇ ਮਿਲੀਆਂ ਜੀ? ਕਾਲੀਬੰਗਾ, ਇਹ ਧਿਆਨ ਰੱਖਣਾ ਤੁਸੀਂ। ਰਾਖੀਗੜ੍ਹੀ, ਫਿਰ ਅਗਲੀ ਸਾਈਡ ਆਉਂਦੀ ਹੈ ਜੀ ਰਾਖੀਗੜ੍ਹੀ, ਅਤੇ ਇਹ ਪਹਿਲਾਂ ਮੋਹਨਜੋਦਾਰੋ ਮੰਨੀ ਜਾਂਦੀ ਸੀਗੀ ਜੀ ਸਭ ਤੋਂ ਵੱਡੀ, ਪਰ ਜਿਉਂ ਟਾਈਮ ਲੰਘਦਾ ਗਿਆ ਇਹ ਰਾਖੀਗੜ੍ਹੀ ਸਭ ਤੋਂ ਵੱਡੀ ਸਾਈਟ ਮੰਨੀ ਗਈ ਹੈ ਜੀ। ਅਤੇ ਇਹਦੀ ਐਕਸਲਰੇਸ਼ਨ ਮਤਲਬ ਅੱਜ ਦੇ ਟਾਈਮ 'ਚ ਵੀ ਇਹਦੀ ਰਿਸਰਚ ਅੱਜ ਵੀ ਚੱਲਦੀ ਹੈ। ਇਹ 27 ਕਿਲੋਮੀਟਰ ਹੈ ਜੀ ਘੱਗਰ ਰਿਵਰ ਤੋਂ। ਹਰਿਆਣਾ 'ਚ ਇਹ ਸਾਈਟ ਪੈਂਦੀ ਹੈ ਜੀ, ਯਾਦ ਰੱਖਣਾ ਜੀ, ਹਰਿਆਣਾ 'ਚ ਕਿਹੜੀ ਸਾਈਟ ਪੈਂਦੀ ਹੈ? ਰਾਖੀਗੜ੍ਹੀ। ਅਤੇ ਇਹ ਇੱਥੇ ਮੈਂ ਤੁਹਾਨੂੰ ਦੱਸਦਾ 39 ਸਕੈਲੇਟਨ ਵੀ ਮਿਲਿਆ ਜੀ। 39 ਸਕੈਲੇਟਨ ਬੰਦਿਆਂ ਦੇ ਸਕੈਲੇਟਨ ਮਿਲੇ ਆ ਜੀ, ਅਤੇ ਉਹਨਾਂ ਦੀ DNA ਰਿਸਰਚ ਲਈ ਗਿਆ ਹੋਇਆ ਜੀ। ਅੱਗੇ ਗੱਲ ਕਰਦੇ ਹਾਂ ਜੀ ਲੋਥਲ, ਇਹ ਮੇਨ ਹੈ ਜੀ, ਸਭ ਤੋਂ ਮੇਨ ਇੰਪੋਰਟੈਂਟ, ਸਟਾਰ ਮਾਰਕ ਕਰ ਲਿਓ। ਅਤੇ ਗੁਜਰਾਤ 'ਚ ਮਿਲਿਆ ਜੀ, ਅਤੇ ਇਹ ਵਰਲਡ ਲਾਰਜੈਸਟ ਡੌਕਯਾਰਡ, ਕੁਐਸਚਨ ਆ ਜਾਂਦਾ ਕਿਤੇ ਜੀ, ਵਰਲਡ ਲਾਰਜੈਸਟ ਡੌਕਯਾਰਡ ਕਿੱਥੇ ਮਿਲਿਆ ਜੀ? ਲੋਥਲ 'ਚ। ਅਤੇ ਤੁਸੀਂ ਇੱਥੋਂ ਮੈਂ ਪਿਕਚਰ ਲਗਾਈ ਹੈ ਜੀ, ਤਾਂ ਇੱਥੋਂ ਤੁਸੀਂ ਆਪਣੇ ਮਾਈਂਡ 'ਚ ਕਲੀਅਰ ਕਰ ਸਕਦੇ ਹੋ ਵੀ ਡੌਕਯਾਰਡ ਹੁੰਦਾ ਕੀ ਹੈ। ਵੈਸੇ ਡੌਕਯਾਰਡ ਤੁਸੀਂ ਉਹ ਨਾ ਸਮਝੋ ਜਿਵੇਂ ਬੰਦਰਗਾਹ, ਜਿਵੇਂ ਜਿੱਥੇ ਜਹਾਜ਼ ਖੜ੍ਹਦੇ ਆ, ਨਹੀਂ ਜੀ। ਡੌਕਯਾਰਡ ਉਹ ਹੁੰਦਾ ਹੈ ਜਿੱਥੇ ਪੋਰਟਸ ਖੜ੍ਹਦੇ ਆ, ਟਰੇਡਿੰਗ ਕੀਤੀ ਜਾਂਦੀ ਹੈ। ਟਰੇਡ ਜਿਹੜਾ ਸਮਾਨ ਨਾ ਸ਼ਿਪਾਂ ਦੇ ਥਰੂ ਆਉਂਦਾ ਹੈ, ਉੱਥੇ ਤਾਰਿਆ ਜਾਂਦਾ ਹੈ ਅਤੇ ਉੱਥੇ ਚੜ੍ਹਾਇਆ ਜਾਂਦਾ ਹੈ, ਉਹਨੂੰ ਕਹਿ ਦਿੰਦੇ ਆਪਾਂ ਡੌਕਯਾਰਡ ਜੀ। ਠੀਕ ਹੈ ਜੀ। ਅਤੇ ਇਹ ਪੋਰਟ ਆਫ ਦਾ ਵੈਲੀ, ਟਰੇਡਿੰਗ ਪੋਰਟ ਆਫ ਦਾ ਵੈਲੀ ਸੀਗੀ ਜੀ, ਉੱਥੇ ਟਰੇਡ ਹੁੰਦੀ ਸੀਗੀ। ਟੈਰਾਕੋਟਾ ਹੌਰਸ ਫਿਗਰ, ਟੈਰਾਕੋਟਾ ਇੱਕ ਸੈਂਡ ਦਾ ਨਾਮ ਹੈ ਜੀ, ਸੈਂਡ ਕਲੇ ਵੀ ਕਹਿ ਦਿੰਦੇ ਇਹਨੂੰ, ਸੈਂਡ ਕਲੇ ਹੈ ਜੀ। ਇਹਦੀ ਪਹਿਲਾਂ ਤਾਂ ਪੁਰਾਣੇ ਸਮੇਂ 'ਚ
ਇੱਦਾਂ ਨਵੀਂ ਜਿਹੜੀ ਆਪਾਂ ਅੱਜ ਪ੍ਰੈਜੈਂਟ ਡੇ 'ਚ ਕਲੇ ਯੂਜ਼ ਕਰਦੇ ਹਾਂ ਉਹ ਕਲੇ ਨਹੀਂ ਸੀਗੀ, ਮਿੱਟੀ ਦੇ ਹੀ ਕਲੇ ਬਣਾ ਕੇ ਟੈਰਾਕੋਟਾ ਨਾਮ ਦਿੰਦੇ ਆ ਜੀ ਉਹਨੂੰ। ਉਸੀ ਤੋਂ ਹੀ ਖਿਡੌਣੇ ਬਣਾਏ ਜਾਂਦੇ ਸੀ, ਉਸੀ ਤੋਂ ਹੀ ਸੀਲਾਂ ਬਣਾਈਆਂ ਜਾਂਦੀਆਂ ਸੀ। ਜਿਹੜੀ ਮੈਂ ਤੁਹਾਨੂੰ ਸੀਲਾਂ ਦੱਸਿਆ ਵੀ ਇੱਧਰੋਂ ਉੱਧਰ ਮਿਲੀਆਂ ਏ, ਉੱਧਰ ਵਾਲੀਆਂ ਇੱਧਰ ਮਿਲੀਆਂ ਏ, ਉਹ ਸੀਲਾਂ ਵੀ ਟੈਰਾਕੋਟਾ ਦੀ ਉਹ ਬਣਾਈ ਜਾਂਦੀਆਂ ਸੀ। ਅਤੇ ਜੁਆਇੰਟ ਬਰੀਅਲਸ ਦਾ ਮਤਲਬ ਜਿਵੇਂ ਮੇਲ ਹੈ ਜੀ, ਫੀਮੇਲ, ਮੇਲ ਹਰ ਫੀਮੇਲ ਦੋਵਾਂ ਨੂੰ ਇਕੱਠੇ ਜਲਾਇਆ ਹੋਇਆ ਜੀ, ਜੁਆਇੰਟ ਬਰੀਅਲ ਮਿਲੇ ਆ ਜੀ। ਉੱਥੇ ਉਹਨਾਂ ਦੇ ਅਵਸ਼ੇਸ਼ ਆਪਾਂ ਨੂੰ ਮਿਲੇ ਆ ਜੀ। ਆਪਾਂ ਕਈ ਜਗ੍ਹਾ ਕਈ ਬੁੱਕਾਂ 'ਚ ਇਹ ਵੀ ਲਿਖਿਆ ਹੋਇਆ ਵੀ ਇਹ ਸਤੀ ਸਿਸਟਮ ਵੀ ਇੱਥੇ ਫੋਲੋ ਹੁੰਦਾ ਸੀ, ਪਰ ਕਈ ਜਗ੍ਹਾ ਨਹੀਂ ਲਿਖਿਆ ਹੋਇਆ ਵੀ ਕਹਿੰਦੇ ਵੀ ਨਹੀਂ, ਸਤੀ ਪ੍ਰਥਾ ਨਹੀਂ ਹੋਇਆ। ਚਲੋ ਜੀ ਅੱਗੇ ਗੱਲ ਕਰਦੇ ਹਾਂ ਜੀ। ਅਤੇ ਇੱਕ ਗੱਲ ਰਹਿ ਗਈ ਜੀ, ਅਤੇ ਇੱਥੇ ਰਾਈਸ ਹਸਕ ਵੀ ਮਿਲੇ ਆ, ਮਤਲਬ ਐਗਰੀਕਲਚਰ ਦੇ ਵਿੱਚ ਵੀ ਇਹ ਅੱਗੇ ਸੀਗੇ। ਫਿਰ ਅੱਗੇ ਛੋਟੀ ਮੋਟੀ ਸਾਈਟ ਆਉਂਦੀ ਹੈ ਜੀ, ਧੋਲਾਵੀਰਾ, ਸੁਰਾਕੋਟਾ, ਇਹ ਗੁਜਰਾਤ 'ਚ ਹੈ ਜੀ। ਸੁਰਾਕੋਟਾ ਦੇ ਐਵੀਡੈਂਸ ਮਿਲੇ ਆ ਜੀ, ਹਾਰਸ ਮਿਲੇ ਜੀ, ਹਾਰਸ ਦੀ ਬੋਨਸ ਆ ਮੇਨ ਹੈ ਜੀ। ਜੇ ਪੁੱਛਿਆ ਤੁਹਾਨੂੰ ਹਾਰਸ ਦੀ ਬੋਨਸ ਕਿਹੜੀ ਸਾਈਡ ਤੋਂ ਮਿਲੀ ਹੈ, ਤਾਂ ਧੋਲਾਵੀਰਾ, ਸੁਰਾਕੋਟਾ, ਦੋਨਾਂ 'ਚ ਥੋੜ੍ਹਾ ਇੱਕ ਆਪਸ਼ਨ ਉੱਥੇ ਜ਼ਰੂਰ ਹੋਏਗਾ ਜੀ, ਤਾਂ ਦੋਨਾਂ 'ਚ ਇੱਕ ਤੋਂ ਤੁਸੀਂ ਮਾਰਕ ਕਰਕੇ ਆਉਣਾ ਹੈ ਜੀ। ਸੁਖਤੈਂਜੈਂਡਰ ਪੋਰਟ ਸਿਟੀ ਹੈ ਜੀ, ਮੱਖਣ ਕੋਸਟ, ਬਲੋਚਿਸਤਾਨ, ਵੈਸਟਰਨ ਸਾਈਡ ਹੈ ਜੀ। ਅਤੇ ਇਹਨੂੰ ਪਹਿਲਾਂ ਇਹ ਮਕਰਨ ਵੀ ਕਿਹਾ ਜਾਂਦਾ ਸੀ ਇਹਨੂੰ। ਫਿਰ ਅੱਗੇ ਛੋਟੀ ਸਾਈਟ ਹੈ ਜੀ ਚਾਨੂਦਾਰੋ 130 ਕਿਲੋਮੀਟਰ ਹੈ ਜੀ ਮੋਹਨਜੋਦਾਰੋ ਤੋਂ। ਅਤੇ ਇਹ ਇਹੋ ਜਿਹੀ ਸਾਈਟ ਹੈ ਜੀ ਜਿੱਥੇ ਸਿਟਾਈਡਲ ਨਹੀਂ ਸੀ। ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਉੱਪਰਲੀ ਵਾਲੀ ਸਾਈਡ ਸਿਟਾਈਡਲ ਸੀਗੇ, ਵੀ ਇੱਥੇ ਸੀਗੇ ਸਿਟਾਈਡਲ, ਜਿੱਥੇ ਐਡਮਿਨਿਸਟ੍ਰੇਸ਼ਨ ਵਾਲੇ ਲੋਕ ਰਹਿੰਦੇ ਸੀਗੇ, ਉੱਚੀ ਥਾਂ ਵਾਲੇ, ਉੱਚੀ ਥਾਂ 'ਤੇ। ਪਰ ਇੱਥੇ ਇਹ ਨਹੀਂ ਮਿਲਿਆ। ਅਤੇ ਐਵੇਂ ਮੰਨਿਆ ਜਾਂਦਾ ਹੈ ਵੀ ਇਹ ਸਿਰਫ ਮੋਹਨਜੋਦਾਰੋ ਦੀ ਛੋਟਾ ਪਾਰਟ ਸੀਗਾ, ਇੱਥੇ ਸਿਰਫ ਇਹ ਸਮੂਨ ਰੱਖਣ ਲਈ ਲੈਂਦਾ ਸੀਗਾ। ਅਤੇ ਇੱਥੇ ਨਾ ਬਹੁਤ ਜ਼ਿਆਦਾ ਹੀ ਮਾਤਰਾ 'ਚ ਟੋਇਸ ਪਾਏ ਗਏ। ਕਈ ਬੁੱਕਾਂ 'ਚ ਇਹ ਵੀ ਲਿਖਿਆ ਹੋਇਆ ਵੀ ਇਹ ਟੋਏ ਸਿਟੀ ਸੀਗੀ, ਟੋਏ ਸਾਈਟ ਸੀਗੀ, ਮਤਲਬ ਜਿੱਥੇ ਖਿਡੌਣੇ ਬਣਾਏ ਜਾਂਦੇ ਸੀਗੇ। ਅਤੇ ਜਿਹੜੀ ਇੱਕ ਹੋਰ ਅਦਰ ਸਾਈਟ ਜਿਹੜੀ ਛੋਟੀਆਂ ਮੋਟੀਆਂ ਹੋਰ ਮਿਲੀਆਂ, ਜਿਸ 'ਚ ਰੋਪੜ, ਇਹ ਵੀ ਇੰਪੋਰਟੈਂਟ ਹੈ, ਆਪਾਂ ਪੰਜਾਬ ਦੇ ਐਗਜ਼ਾਮ ਦੇਣੇ ਆ ਜੀ ਅੱਗੇ। ਅਤੇ ਰੋਪੜ 'ਚ ਕਿਹੜੀ ਪਾਈ ਗਈ ਹੈ ਜੀ, ਰੋਪੜ 'ਚ ਕਿੱਥੇ ਪਾਈ ਗਈ ਹੈ, ਰੂਪਨਗਰ ਡਿਸਟ੍ਰਿਕਟਸ, ਪੰਜਾਬ। ਕੋਟ ਦੀ ਜੀ ਸਿੰਧ 'ਚ ਪਾਈ ਗਈ ਹੈ। ਆਲਮਗੜ੍ਹ ਮੇਰਠ 'ਚ ਪਾਈ ਗਈ ਹੈ ਯੂਪੀ 'ਚ। ਅਤੇ ਇੱਥੋਂ ਹੁਣ ਦੇਖਦੇ ਹਾਂ ਜੀ ਆਪਾਂ ਇੱਥੇ ਦੇ ਬੰਦੇ ਕਿਹੋ ਜਿਹੇ ਸੀ, ਇਨਸਾਨ ਕਿਹੋ ਜਿਹੇ ਸੀ, ਉਹਨਾਂ ਦਾ ਰਹਿਣ ਸਹਿਣ ਕਿਹੋ ਜਿਹਾ ਸੀਗਾ। ਅਤੇ ਇੱਥੇ ਜਿਹੜੇ ਬੰਦੇ ਸੀਗੇ ਉਹ ਐ ਨਹੀਂ ਹੈਗਾ ਵੀ ਕਿਤੇ ਇੱਕ ਕਮਿਊਨਿਟੀ 'ਚ ਬਿਲੋਂਗ ਕਰਦੇ, ਜਿਵੇਂ ਕੋਈ ਸਿੱਖ ਹੈ ਤਾਂ ਸਿੱਖ ਹੀ ਹੋਣਗੇ, ਮੁਸਲਿਮ ਹੈ ਤਾਂ ਮੁਸਲਿਮ, ਨਹੀਂ ਜੀ। ਉੱਥੇ ਡਿਫਰੈਂਟ ਕਾਸਟ ਤੋਂ ਟਰੈਵਲਰ ਸੀਗੇ, ਕੋਈ ਦੂਸਰੀ ਕੰਟਰੀ ਤੋਂ ਆਇਆ ਵਾ, ਕੋਈ ਤੀਸਰੀ ਤੋਂ ਆਇਆ ਹੋਇਆ ਜੀ, ਕੋਈ ਦੂਰ ਤੋਂ ਆਇਆ ਵਾ। ਮਤਲਬ ਨਾ ਤਾਂ ਉੱਥੇ ਕਾਸਟ ਸੀਗੀ ਅਤੇ ਨਾ ਹੀ ਕਲਰ ਰੇਸ ਸੀਗਾ। ਕਲਰ ਰੇਸ ਮਤਲਬ ਨਾ ਕਿ ਕਲਰ ਦੇ ਰੰਗਾਂ ਦੇ ਭੇਦਭਾਵ ਸੀਗਾ, ਨਾ ਤਾਂ ਉੱਥੇ ਕਾਸਟ ਸਿਸਟਮ ਸੀਗੀ। ਮਤਲਬ ਦੋਹੇ ਕੰਮਾਂ ਤੋਂ ਇਹ ਦੂਰ ਸੀਗਾ, ਕਿਉਂਕਿ ਇੱਥੋਂ ਪਤਾ ਲੱਗਦਾ ਕਿ ਇੱਥੇ ਲਹਿਦੇ ਧਰਮਾਂ ਦੇ ਲਹਿਦੀ ਕੰਟਰੀਆਂ ਤੋਂ ਲੋਕ ਆਏ ਹੋਏ ਰਹਿੰਦੇ ਸੀਗੇ। ਅਤੇ ਇੱਥੋਂ ਆਪਾਂ ਪਤਾ ਲੱਗਦਾ ਹੈ ਵੀ ਇੱਥੇ ਕਾਸਟ ਸਿਸਟਮ ਨਹੀਂ ਸੀਗਾ। ਅਤੇ ਮੈਂ ਦੱਸਿਆ ਵੇਰੀਅਸ ਰੇਸ ਹੈਵ ਬੀਨ ਫਾਊਂਡ ਇਨ ਮਲਟੀ ਐਥਨਿਕ ਸੁਸਾਇਟੀ, ਲਹਿਦੀ ਸੁਸਾਇਟੀ ਵਿੱਚ ਲਹਿਦੇ ਰੰਗ ਦੇ ਬੰਦੇ ਪਾਏ ਗਏ ਨੇ। ਐਨੀਮਲਸ, ਹੁਣ ਉੱਥੇ ਦੇ ਐਨੀਮਲਸ ਕਿਹੋ ਜਿਹੇ ਸੀਗੇ। ਪਸ਼ੂਪਤੀ ਨਾਥ ਸੀਲ ਇਜ਼ ਸਿਟਿੰਗ ਔਨ ਦਾ ਪੋਜੀਸ਼ਨ ਵਿਦ ਦਾ ਐਨੀਮਲ ਸਰਾਊਂਡਿੰਗ ਹਿਮ। ਮੈਂ ਤੁਹਾਨੂੰ ਦਿਖਾਉਣਾ ਜੀ ਇਹਨਾਂ ਦੀ ਸੀਲ ਦਿਖਾਉਣਾ। ਇਹ ਹੈਗੀ ਪਸ਼ੂਪਤੀ ਨਾਥ ਦੀ ਸੀਲ। ਅਤੇ ਇੱਥੇ ਦੇਖੋ ਤੁਸੀਂ, ਇਹ ਬੁੱਲ ਹੈ ਜੀ, ਵੁਲਫ ਹੈ, ਟਾਈਗਰ ਹੈ, ਅਤੇ ਹੋਰ ਵੀ ਅਨੇਕਾਂ ਜਾਨਵਰ ਹੈ, ਅਤੇ ਉੱਥੇ ਬੈਠੇ ਨੇ ਜੀ। ਅਤੇ ਇਹਨਾਂ ਦੇ ਗੁਰੂ ਵੀ ਮੰਨਦੇ ਸੀਗੇ ਇਹਨਾਂ ਨੂੰ। ਅਤੇ ਇਹ ਜ਼ਿਆਦਾਤਰ ਨਾ ਪ੍ਰੈਜੈਂਟ ਟਾਈਮ ਦੇ ਜਿਹੜੇ ਮਤਲਬ ਜਾਗਦੇ ਜੀਵ ਹੈ ਉਹਨਾਂ ਦੀ ਜ਼ਿਆਦਾ ਪੂਜਾ ਕਰਦੇ ਸੀਗੇ, ਨਾ ਕਿ ਦੁਨਿਆਵੀ ਗੋਡਾਂ ਨੂੰ। ਜਿਹੜੇ ਵੀ ਮੰਨਦੇ ਆ ਜੀ ਦੁਨਿਆਵੀ ਗੋਡਾਂ ਨੂੰ ਘੱਟ ਪੂਜਦੇ ਸੀਗੇ। ਅਤੇ ਉਹ ਪ੍ਰੈਜੈਂਟ ਡੇ 'ਚ ਜਿਹੜੇ ਪ੍ਰੈਜੈਂਟ ਨੇ, ਜਿਵੇਂ ਗਊ ਹੈ, ਕਾਓ ਦੀ ਵੀ ਪੂਜਾ ਮੰਨੀ ਗਈ ਹੈ ਜੀ ਕਿਤੇ ਤੇ ਕਿਤੇ, ਉਹਨਾਂ ਨੂੰ ਜ਼ਿਆਦਾ ਕਰਦੇ ਸੀਗੇ। ਅਤੇ ਉੱਥੇ ਬਫੈਲੋ ਪਾਈ ਗਈ ਹੈ ਜੀ, ਗੋਟ, ਸ਼ੀਪ, ਪਿਗ। ਇਹ ਨਾ ਸਾਰੇ ਸੀਲਾਂ, ਮੈਂ ਤੁਹਾਨੂੰ ਦੱਸਿਆ ਜੀ ਨਾ, ਸੀਲਾਂ ਜਿਹੜੀਆਂ ਇੱਧਰੋਂ ਉੱਧਰ ਪਾਈ ਗਈਆਂ ਉਹਨਾਂ 'ਤੇ ਵੀ ਬਣਾਏ ਗਏ ਮਿਲੇਜ। ਅਤੇ ਇਹਨਾਂ ਦੇ ਫਿਰ ਰਿਲੀਜਨ ਕਿਹੜਾ ਸੀਗਾ ਜੀ, ਧਰਮ ਕਿਹੜੇ ਸੀਗੇ। ਇਹ ਨਾ ਇੱਕ ਹੰਪਡ ਬੁੱਲ ਮਤਲਬ ਇੱਕ ਗਾਂ ਹੈ ਜੀ,
ਜਾਂ ਕਾਓ ਲਾ ਲਓ, ਉਹਦੇ ਲੰਬੇ ਲੰਬੇ ਸਿੰਗ, ਉਹਨੂੰ ਕਹਿੰਦੇ ਆਪਾਂ ਹੰਪਡ ਬੁੱਲ। ਇਹਦੀ ਪੂਜਾ ਹੋਈ ਹੈ ਜੀ ਕਿਤੇ ਕਿਤੇ, ਸਕ੍ਰਿਪਚਰ ਮਿਲੇ ਹੈ ਜੀ। ਅਤੇ ਕਿਤੇ ਬੀਅਰਡ ਮੈਨ, ਮੈਂ ਦਿਖਾਉਂਦਾ ਜੀ ਤੁਹਾਨੂੰ, ਇਹ ਰਿਹਾ ਜੀ ਬੀਅਰਡ ਮੈਨ। ਇਹਦੀ ਪੋਸਚਰ ਵੈਸੇ ਇੱਦਾਂ ਹੀ ਮਿਲਿਆ। ਇਹਦੀ ਵੀ ਪੂਜਾ ਹੁੰਦੀ ਸੀਗੀ। ਹੰਪਡ ਬੁੱਲ ਸੀ ਪਸ਼ੂਪਤੀਨਾਥ, ਜਿਹੜਾ ਮੈਂ ਤੁਹਾਨੂੰ ਦਿਖਾਇਆ ਜੀ, ਪਸ਼ੂਪਤੀਨਾਥ, ਇਹਨਾਂ ਦੀ ਪੂਜਾ ਹੁੰਦੀ ਸੀ। ਤੂੰ ਹੀ ਬੋਲ ਲਾ। ਐਗਰੀਕਲਚਰ, ਹੁਣ ਉੱਥੇ ਤਾਂ ਐਗਰੀਕਲਚਰ ਕਿੱਦਾਂ ਦਾ ਸੀ? ਕਲਟੀਵੇਸ਼ਨ ਸੀਗੀ ਉੱਥੇ, ਜ਼ਿਆਦਾਤਰ ਵੀਟ ਪਾਈ ਜਾਂਦੀ ਸੀਗੀ, ਬਾਰਲੇ, ਬਾਜਰਾ, ਦਾਲਾਂ, ਸੀਸੇਮ, ਤਿਲ, ਰਾਈਸ, ਲੋਥਲ 'ਚ ਪਾਇਆ ਮੈਂ ਤੁਹਾਨੂੰ ਦੱਸਿਆ। ਕੋਟਨ ਜਿਹੜਾ ਜ਼ਿਆਦਾਤਰ ਇੰਡਸ ਬੇਸਿਨ ਮਤਲਬ ਪਾਕਿਸਤਾਨ ਵਾਲੇ ਏਰੀਏ 'ਚ, ਅਤੇ ਅੱਜ ਵੀ ਮੈਂ ਕਹਿੰਦਾ ਵੀ ਪਾਕਿਸਤਾਨ ਸਭ ਤੋਂ ਜ਼ਿਆਦਾ ਪ੍ਰੋਡਿਊਸਿੰਗ ਕੋਟਨ ਦਾ ਹੈ ਜੀ। ਅਤੇ ਇੱਥੇ ਪਾਇਆ ਗਿਆ ਆਰਟ ਐਂਡ ਕਰਾਫਟ 'ਚ ਸਭ ਤੋਂ ਬੜੀ ਦੇਣ ਹੈ ਜੀ ਇਹਨਾਂ ਦੀ। ਅਤੇ ਜਿਹੜੇ ਇਹਨਾਂ ਦੇ ਟੈਰਾਕੋਟਾ, ਮੈਂ ਤੁਹਾਨੂੰ ਫਿਗਰ ਦੱਸਿਆ ਵੀ ਟੋਇਜ਼ ਜਿਹੜੇ ਉਹ ਇਹਨਾਂ ਦੇ ਅੱਜ ਵੀ ਕਿਤੇ ਨਾ ਕਿਤੇ ਬਣਾਏ ਜਾਂਦੇ ਆ ਜੀ। ਅਤੇ ਇਹਨਾਂ ਦੇ ਜਿਹੜੇ ਟੋਇਜ਼ ਆਪਾਂ ਗਲ 'ਚ ਜਿਹੜੇ ਪਾ ਲੈਂਦੇ ਆ, ਤਵੀਤ ਪਾ ਲੈਂਦੇ ਆ ਜੀ, ਅਤੇ ਉਹ ਇਹਨਾਂ ਦੇ ਪੁਰਾਣੇ ਅੱਜ ਵੀ ਆਪਾਂ ਦੇਖਦੇ ਹਾਂ ਜੀ ਕਈ ਜਗ੍ਹਾ, ਅਤੇ ਇਹ ਇਹਨਾਂ 'ਤੇ ਫੋਲੋ ਹੁੰਦਾ ਜੀ। ਅਤੇ ਇਹਨਾਂ ਦੀ ਹੁਣ ਮੈਂ ਟਰੇਡ ਦੱਸਿਆ ਜੀ ਤੁਹਾਨੂੰ, ਟਰੇਡ ਹੁਣ ਕਿੱਥੇ ਕਿਹੜੀ ਕੰਟਰੀਆਂ ਨਾਲ ਕਰਦੇ ਸੀ। ਮੈਂ ਤੁਹਾਨੂੰ ਦੱਸਿਆ ਜੀ ਮੈਸੋਪਟਾਮੀਆ ਸਿਵਲਾਈਜੇਸ਼ਨ, ਸੁਮੇਰ, ਮੈਸੋਪਟਾਮੀਆ, ਇਰਾਕ, ਸੁਮੇਰ, ਇਜਿਪਟ, ਮੈਸੋਪਟਾਮੀਆ, ਇਰਾਕ, ਪ੍ਰੈਜ਼ੈਂਟ ਡੇ ਇਜਿਪਟ ਦੇ ਐਵੀਡੈਂਸ ਮਿਲਿਆ ਜੀ। ਮੈਂ ਤੁਹਾਨੂੰ ਦੱਸਿਆ ਵੀ ਸੀਲਾਂ ਮਿਲੀਆਂ ਜੀ, ਇੱਧਰੋਂ ਉੱਧਰ ਮਿਲੀਆਂ ਜੀ, ਉੱਧਰ ਵਾਲੀਆਂ ਇੱਧਰ ਮਿਲੀਆਂ, ਵਾਈਸ ਵਰਸਾ। ਠੀਕ ਹੈ ਜੀ। ਹੁਣ ਮੈਂ ਗੱਲ ਕਰਦੇ ਹਾਂ ਵੀ ਇਹ ਖਤਮ ਕਿਵੇਂ ਹੋਈ। ਇਹ ਤਾਂ ਖਤਮ ਹੋਣ ਦਾ ਜੀ, ਇਹ ਤਾਂ ਸਾਡੇ ਕੋਲ ਕੋਈ ਐਨ ਪੱਕਾ ਸਬੂਤ ਤਾਂ ਹੈ ਨਹੀਂ ਜੀ, ਅਤੇ ਨਾ ਕੋਈ ਇੱਥੇ ਵਧੀਆ ਉਹਨਾਂ ਨੇ ਉਹ ਦਿੱਤੀ ਹੈ ਜੀ, ਰਾਏ ਦਿੱਤੀ ਆਪਣੀ ਕਿ ਕਿਵੇਂ ਖਤਮ ਹੋਇਆ ਜੀ। ਇਹ ਤਾਂ ਜ਼ਿਆਦਾਤਰ ਮੰਨਿਆ ਗਿਆ ਜੀ ਇਹ ਨੈਚੁਰਲ ਫਿਨੋਮੀਨਨ ਖਤਮ ਹੋ ਗਿਆ ਜੀ। ਅਰਥਕੁਏਕ ਆ ਗਿਆ ਜਾਂ ਕੋਈ ਫਲੱਡ ਆ ਗਿਆ, ਅਤੇ ਰੀਵਰ ਦੀ ਸ਼ਿਫਟਿੰਗ ਹੋ ਗਈ ਜੀ ਇੰਡਸ ਸਰਸਵਤੀ ਤੋਂ, ਕਿਉਂਕਿ ਰੀਵਰ ਐਵੇਂ ਹੁੰਦੀਆਂ ਸੀਗੀਆਂ, ਅਤੇ ਉਹ ਕਹਿੰਦੇ ਵੀ ਜਿਹੜਾ ਇੱਥੇ ਵਾਲੀ ਸਾਈਟਾਂ ਹੈ ਉਹ ਇਸ ਲਈ ਖਤਮ ਹੋ ਗਈਆਂ, ਕਿਉਂਕਿ ਇਹਨਾਂ ਦਾ ਮੂੰਹ ਇੱਧਰ ਉਹ ਡਾਇਰੈਕਸ਼ਨ ਚੇਂਜ ਹੋ ਗਈ ਅਰਥਕੁਏਕ ਨਾਲ ਜਾਂ ਕਿਸੇ ਹੋਰ ਕੰਡੀਸ਼ਨਾਂ ਨਾਲ, ਡਾਇਰੈਕਸ਼ਨਾਂ ਚੇਂਜ ਹੋ ਗਈਆਂ, ਕਿਉਂਕਿ ਫਿਰ ਇੱਥੇ ਇਹਨਾਂ ਕੋਲ ਪਾਣੀ ਨਹੀਂ ਹੈਗਾ ਸੀ। ਕਿਉਂਕਿ ਇਹ ਨਾ ਤਾਂ ਅੱਜ ਦੇ ਟਾਈਮ ਵਾਂਗ ਉੱਥੇ ਉਹਨਾਂ ਦਾ ਇਰੀਗੇਸ਼ਨ ਸਿਸਟਮ ਸੀਗਾ, ਉਹਨਾਂ ਕੋਲ ਸਿਰਫ ਇੱਕ ਫਲੱਡ ਹੀ ਸੀਗਾ। ਫਲੱਡ ਦੇ ਨਾਲ ਹੀ ਉਹ ਆਪਣੀ ਖੇਤ ਚਲਾਉਂਦੇ ਸੀ, ਫਲੱਡ ਦੇ ਨਾਲ ਹੀ ਆਪਣਾ ਇਰੀਗੇਸ਼ਨ ਸਭ ਜੋ ਕੁਛ ਵੀ ਕਰਦੇ ਸੀਗੇ ਉਹ ਫਲੱਡ ਦੇ ਨਾਲ ਹੀ, ਉਹ 'ਤੇ ਫਲੱਡ 'ਤੇ ਡਿਪੈਂਡ ਕਰਦੇ ਸੀ। ਅਤੇ ਨਾ ਅੱਜ ਦੀ ਟਾਈਮ ਵਾਂਗ ਇਰੀਗੇਸ਼ਨ ਸਿਸਟਮ ਉੱਥੇ ਬਿਲਕੁਲ ਨਹੀਂ ਸੀਗਾ। ਇਸ ਕਰਕੇ ਕਿਤੇ ਮੰਨਿਆ ਗਿਆ ਵੀ ਇਸ ਕਰਕੇ ਡਿਕਲਾਈਨ ਹੋ ਗਈ। ਅਤੇ ਇੱਕ ਮੇਨ ਗੱਲ, ਆਇਰਨ ਹਾਲੇ ਤੱਕ ਕਿਤੇ ਵੀ ਜ਼ਿਕਰ ਨਹੀਂ ਹੋਇਆ, ਆਇਰਨ ਦਾ ਹਾਲੇ ਤੱਕ ਹੋਇਆ ਨਹੀਂ ਜੀ, ਆਇਰਨ ਹਾਲੇ ਡਿਸਕਵਰ ਨਹੀਂ ਹੋਇਆ। ਅਤੇ ਇਹ ਅਤੇ ਕਿਤੇ ਮੰਨਿਆ ਜਾਂਦਾ ਇਹ ਫੋਰਨ ਅਟੈਕ ਆਰੀਅਨਸ ਆ ਗਏ ਸੀਗੇ, ਆਰੀਅਨਸ ਨੇ ਖਤਮ ਕਰਤੀ। ਕਿਤੇ ਮੰਨਿਆ ਜਾਂਦਾ ਮਤਲਬ ਲਹਿਦੀ ਆਈਡੀਓਲੋਜੀਜ਼ ਨੇ, ਹਰ ਇੱਕ ਆਰਕੀਓਲੋਜਿਸਟ ਨੇ ਆਪਣੀ ਆਈਡੀਓਲੋਜੀ ਦਿੱਤੀਆਂ ਨੇ। ਅਤੇ ਹੋਪ ਕਰਦੇ ਹਾਂ ਜੀ ਤੁਹਾਨੂੰ ਇਹ ਲੈਕਚਰ ਵਧੀਆ ਲੱਗਿਆ ਹੋਵੇਗਾ, ਅਤੇ ਆਉਣ ਵਾਲੇ ਲੈਕਚਰਾਂ ਲਈ, ਆਉਣ ਵਾਲੇ ਟੌਪਿਕਾਂ ਲਈ, ਆਉਣ ਵਾਲੇ ਪੇਪਰਾਂ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਧੰਨਵਾਦ।